ਅੱਜ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਜਾਣੀ ਕਿ ਰਾਜਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਾ ਇਹ ਲੈਸਨ 9ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ। 9ਵੀਂ ਕਲਾਸ ਦਾ ਗਣਿਤ ਦਾ 11ਵਾਂ ਅਧਿਆਇ ਹੈ ਰਚਨਾਵਾਂ। ਤੋ ਇਸ ਅਧਿਆਇ ਦੇ ਵਿੱਚੋਂ ਅਸੀਂ ਪਿਛਲੇ ਲੈਸਨਸ ਦੇ ਵਿੱਚ ਪਿਛਲੀਆਂ ਕਲਾਸਾਂ ਦੇ ਵਿੱਚ ਬਹੁਤ ਸਾਰੀਆਂ ਰਚਨਾਵਾਂ ਦੀ ਰਚਨਾ ਜਿਹੜੀ ਹੈ, ਤ੍ਰਿਭੁਜਾਂ ਦੀ ਰਚਨਾ ਅਲੱਗ-ਅਲੱਗ ਸਥਿਤੀਆਂ ਦੇ ਵਿੱਚ ਕਿਵੇਂ ਕਰਨੀ ਹੈ ਉਹ ਸਿੱਖ ਚੁੱਕੇ ਹਾਂ। ਅੱਜ ਦੇ ਇਸ ਲੈਸਨ ਦੇ ਵਿੱਚ ਵੀ ਅਸੀਂ ਹੋਰ ਰਚਨਾਵਾਂ ਜਿਹੜੀਆਂ ਉਹ ਸਿੱਖਾਂਗੇ। ਉਹਦੇ ਵਿੱਚ ਸਭ ਤੋਂ ਪਹਿਲੀ ਰਚਨਾ ਆਪਾਂ ਦੇਖਦੇ ਹਾਂ, ਤ੍ਰਿਭੁਜ ਦੀ ਰਚਨਾ ਕਰੋ ਜਿਸ ਦਾ ਪਰਿਮਾਪ ਅਤੇ ਦੋਨੋਂ ਆਧਾਰ ਦੇ ਕੋਣ ਦਿੱਤੇ ਗਏ ਹੋਣ। ਠੀਕ ਹੈ, ਤਾਂ ਪਹਿਲੀ ਰਚਨਾ ਜਿਹੜੀ ਅੱਜ ਦੇ ਇਸ ਲੈਸਨ ਦੇ ਵਿੱਚ ਅਸੀਂ ਸਿੱਖਾਂਗੇ ਉਹਦੇ ਵਿੱਚ ਹੈ ਕਿ ਤ੍ਰਿਭੁਜ ਦਾ ਪਰਿਮਾਪ ਸਾਨੂੰ ਦਿੱਤਾ ਹੋਏਗਾ। ਪਰਿਮਾਪ ਆਪ ਤ੍ਰਿਭੁਜ ਦੀਆਂ ਤਿੰਨੋਂ ਭੁਜਾਵਾਂ ਦਾ ਜੋੜ ਸਾਨੂੰ ਦਿੱਤਾ ਹੋਏਗਾ ਅਤੇ ਆਧਾਰ ਦੇ ਦੋਨੋਂ ਕੋਣਾਂ ਦਾ ਮਾਪ ਵੀ ਸਾਨੂੰ ਦਿੱਤਾ ਹੋਏਗਾ। ਇਹੋ ਜਿਹੀ ਸਥਿਤੀ ਦੇ ਵਿੱਚ ਅਸੀਂ ਤ੍ਰਿਭੁਜ ਦੀ ਰਚਨਾ ਕਿਵੇਂ ਕਰਨੀ ਹੈ ਉਹ ਅਸੀਂ ਸਿੱਖਾਂਗੇ। ਠੀਕ ਹੈ, ਤਾਂ ਆਧਾਰ ਦੇ ਕੋਣ B ਅਤੇ C ਅਤੇ BC ਜਮਾ CA ਜਮਾ AB ਭਾਵ ਕੇ ਤ੍ਰਿਭੁਜ ਦਾ ਪਰਿਮਾਪ ਦਿੱਤੇ ਗਏ ਹਨ। ਤੁਸੀਂ ਤ੍ਰਿਭੁਜ ABC ਦੀ ਰਚਨਾ ਕਰਨੀ ਹੈ। ਸੋ ਆਓ ਸਭ ਤੋਂ ਪਹਿਲਾਂ ਅਸੀਂ ਰਚਨਾ ਦੇਖਦੇ ਹਾਂ, ਉਸ ਤੋਂ ਬਾਅਦ ਰਚਨਾ ਦੇ ਪਗ ਸਟੈਪਸ ਆਫ ਕੰਸਟਰਕਸ਼ਨ ਇੱਕ ਇੱਕ ਕਰਕੇ ਲਿਖਾਂਗੇ। ਵਿਦਿਆਰਥੀਓ, ਇਹੋ ਜਿਹੀ ਤ੍ਰਿਭੁਜ ਦੀ ਰਚਨਾ ਜਿਹਦੇ ਵਿੱਚ ਸਾਨੂੰ ਤ੍ਰਿਭੁਜ ਦਾ ਪਰਿਮਾਪ ਵੀ ਦਿੱਤਾ ਹੋਏ ਤੇ ਤ੍ਰਿਭੁਜ ਦੇ ਆਧਾਰ ਦੇ ਦੋਨੋਂ ਕੋਣ ਦਿੱਤੇ ਗਏ ਹੋਣ, ਉਹਦੇ ਲਈ ਸਭ ਤੋਂ ਪਹਿਲਾਂ ਅਸੀਂ ਤ੍ਰਿਭੁਜ ਦਾ ਜਿੰਨਾ ਵੀ ਸਾਨੂੰ ਪਰਿਮਾਪ ਦਿੱਤਾ ਗਿਆ ਹੈ ਉਸ ਪਰਿਮਾਪ ਦੇ ਸਮਾਨ ਅਸੀਂ ਜਿਹੜਾ ਰੇਖਾਖੰਡ ਇੱਕ ਖਿੱਚਾਂਗੇ। ਠੀਕ ਹੈ, ਉਹਦਾ ਨਾਮ ਅਸੀਂ XY ਜਿਹੜਾ ਰੱਖ ਦਿੰਦੇ ਹਾਂ। ਠੀਕ ਹੈ, ਇਹ ਪਰਿਮਾਪ ਸਾਨੂੰ ਜਿੰਨਾ ਵੀ ਦਿੱਤਾ ਗਿਆ ਹੋਵੇਗਾ ਉਹਦੇ ਅਨੁਸਾਰ ਇਹ ਰੇਖਾਖੰਡ ਜਿਹੜਾ ਅਸੀਂ ਲਗਾ ਲਵਾਂਗੇ। ਠੀਕ ਹੈ, ਇਸ ਤੋਂ ਬਾਅਦ ਜਿਹੜਾ ਅਗਲਾ ਕੰਮ ਸਾਡਾ ਹੋਏਗਾ ਕਿ ਜਿਹੜੇ ਸਾਨੂੰ ਆਧਾਰ ਦੇ ਜਿਹੜੇ ਕੋਣ ਦੋਨੋਂ ਦਿੱਤੇ ਗਏ ਨੇ ਉਹ ਅਸੀਂ ਕੋਣ ਇੱਕ ਬਿੰਦੂ X ਤੇ ਬਣਾਵਾਂਗੇ ਤੇ ਇੱਕ ਬਿੰਦੂ Y ਤੇ ਬਣਾ ਦਿਆਂਗੇ। ਠੀਕ ਹੈ, ਤਾਂ ਮੰਨ ਲਓ ਕਿ ਇਹ ਜਿਹੜੇ ਕੋਣ ਨੇ ਸਾਡੇ ਕੋਲ ਇੱਕ ਸਾਡੇ ਕੋਲ ਇਹ ਕਿਰਨ ਜਿਹੜੀ XL ਹੈ, ਇਹ ਦਿੱਤਾ ਹੋਇਆ ਕੋਣ ਇੱਧਰ ਬਣਾਉਂਦੀ ਹੈ। ਠੀਕ ਹੈ, ਦੂਜੇ ਪਾਸੇ ਜਿਹੜੀ ਕਿਰਨ ਹੈ ਉਹ ਸਾਡੇ ਕੋਲ XM ਅਸੀਂ ਖਿੱਚ ਲਵਾਂਗੇ। ਠੀਕ ਹੈ, ਜਿਹੜੀ ਕਿ ਦਿੱਤਾ ਹੋਇਆ ਕੋਣ ਬਿੰਦੂ Y ਤੇ ਬਣਾਉਂਦੀ ਹੈ। ਠੀਕ ਹੈ, ਇਹ ਕੋਣ ਸਾਨੂੰ ਜਿੰਨੇ ਵੀ ਸਵਾਲ ਦੇ ਵਿੱਚ ਦਿੱਤੇ ਹੋਣਗੇ ਉਹ ਅਸੀਂ ਇੱਕ ਉਦਾਹਰਨ ਵੀ ਇਸ ਤੋਂ ਬਾਅਦ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਇਸ ਰਚਨਾ ਨੂੰ ਜਿਹੜਾ ਸਮਝਾਂਗੇ ਬਿਨਾਂ ਮਾਪ ਦੇ। ਤਾਂ ਹੁਣ ਅਸੀਂ ਦੋਨੋਂ ਕੋਣਾਂ ਦਾ ਸਮਦੁਭਾਜਕ ਦੋਨੋਂ ਕੋਣਾਂ ਦੇ ਅਸੀਂ ਖਿੱਚਾਂਗੇ, ਐਂਗਲ ਬਾਈਸੈਕਟਰ ਡਰਾ ਕਰਾਂਗੇ। ਠੀਕ ਹੈ, ਕੋਣ X ਦਾ ਜਿਹੜਾ ਅੱਧ ਅਸੀਂ ਕਰਾਂਗੇ ਤੇ ਕੋਣ Y ਦਾ ਵੀ ਅੱਧ ਕਰਾਂਗੇ। ਠੀਕ ਹੈ, ਤਾਂ ਪ੍ਰਕਾਰ ਦੀ ਮਦਦ ਦੇ ਨਾਲ ਅਸੀਂ ਇੱਥੇ ਚਾਪ ਜਿਹੜੀ ਉਹ ਪਹਿਲਾਂ ਲਗਾ ਲਵਾਂਗੇ। ਠੀਕ ਹੈ, ਇਸੇ ਢੰਗ ਦੇ ਨਾਲ ਕੋਣ Y ਦਾ ਵੀ ਅੱਧ ਅਸੀਂ ਕਰਾਂਗੇ। ਤਾਂ ਬਿੰਦੂ X ਤੋਂ ਇਸ ਕਾਟ ਬਿੰਦੂ ਦੇ ਵਿੱਚੋਂ ਹੁੰਦੀ ਹੋਈ ਇੱਕ ਕਿਰਨ ਜਿਹੜੀ ਅਸੀਂ ਇੱਥੇ ਇੱਕ ਰੇਖਾ ਜਿਹੜੀ ਉਹ ਖਿੱਚਾਂਗੇ। ਠੀਕ ਹੈ, ਇਸੇ ਢੰਗ ਦੇ ਨਾਲ ਬਿੰਦੂ Y ਤੋਂ ਇਹ ਚਾਪਾਂ ਦੇ ਜਿਹੜੇ ਕਾਟ ਬਿੰਦੂ ਹੈ ਇਹਨੂੰ ਮਿਲਾਉਂਦਾ ਅਸੀਂ ਇੱਕ ਰੇਖਾਖੰਡ ਜਿਹੜਾ ਇੱਥੋਂ ਖਿੱਚਾਂਗੇ। ਠੀਕ ਹੈ, ਮੰਨ ਲਓ ਕਿ ਦੋਨੋਂ ਆਪਸ ਦੇ ਵਿੱਚ ਜਿਸ ਬਿੰਦੂ ਤੇ ਮਿਲਦੇ ਹਨ ਉਹ ਬਿੰਦੂ ਸਾਡੇ ਕੋਲ ਬਿੰਦੂ A ਹੈ। ਠੀਕ ਹੈ, ਇਸ ਤੋਂ ਬਾਅਦ ਹੁਣ ਇਹ ਸਾਡੇ ਕੋਲ A ਜਿਹੜਾ ਹੈ ਇਹ ਤ੍ਰਿਭੁਜ ABC ਦਾ ਉੱਪਰ ਵਾਲਾ ਸਿਖਰ ਕਹਿ ਲਓ ਕਿ ਸਾਨੂੰ ਜਿਹੜਾ ਪ੍ਰਾਪਤ ਹੋ ਜਾਂਦਾ ਹੈ। ਇਸ ਤੋਂ ਬਾਅਦ ਅਸੀਂ XA ਰੇਖਾਖੰਡ ਦਾ ਲੰਬ ਸਮਦੁਭਾਜਕ ਤੇ AY ਰੇਖਾਖੰਡ ਦਾ ਲੰਬ ਸਮਦੁਭਾਜਕ ਖਿੱਚਾਂਗੇ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਅਸੀਂ AY ਦਾ ਲੰਬ ਸਮਦੁਭਾਜਕ ਖਿੱਚ ਲੈਂਦੇ ਹਾਂ। ਇਹਦੇ ਲਈ ਸਾਨੂੰ ਪ੍ਰਕਾਰ ਨੂੰ AY ਦੇ ਅੱਧ ਤੋਂ ਜ਼ਿਆਦਾ ਜਿਹੜਾ ਖੁੱਲ੍ਹਣਾ ਪਵੇਗਾ ਔਰ AY ਦੇ ਦੋਨੋਂ ਪਾਸੇ ਜਿਹੜੀਆਂ ਚਾਪਾਂ ਅਸੀਂ ਲਗਾ ਲਵਾਂਗੇ। Y ਨੂੰ ਕੇਂਦਰ ਮੰਨ ਕੇ ਫਿਰ ਇਸੇ ਢੰਗ ਦੇ ਨਾਲ ਬਿੰਦੂ A ਨੂੰ ਕੇਂਦਰ ਮੰਨ ਕੇ ਦੋਨੋਂ ਪਾਸੇ ਜਿਹੜੀਆਂ ਚਾਪਾਂ ਉਹ ਲਗਾ ਲਈਆਂ ਜਾਣਗੀਆਂ। ਠੀਕ ਹੈ,
तो ये दोनों काट बिंदुओं ਨੂੰ ਜੇਕਰ ਅਸੀਂ ਮਿਲਾਵਾਂਗੇ ਤਾਂ ਸਾਡੇ ਕੋਲ ਰੇਖਾਖੰਡ AY ਦਾ ਲੰਬ ਸਮਦੁਭਾਜਕ ਖਿੱਚਿਆ ਜਾਏਗਾ। ਇਹ ਲੰਬ ਸਮਦੁਭਾਜਕ XY ਨੂੰ ਜਿਸ ਬਿੰਦੂ ਤੇ ਕੱਟਦਾ ਹੈ ਇਸ ਬਿੰਦੂ ਦਾ ਨਾਮ ਅਸੀਂ C ਰੱਖ ਲਵਾਂਗੇ। ਠੀਕ ਹੈ, ਇਸੇ ਢੰਗ ਦੇ ਨਾਲ XA ਦਾ ਜਿਹੜਾ ਲੰਬ ਸਮਦੁਭਾਜਕ ਹੈ ਉਹ ਖਿੱਚਿਆ ਜਾਏਗਾ। ਇਹਦੇ ਲਈ ਅਸੀਂ AX ਦੇ ਅੱਧ ਤੋਂ ਥੋੜ੍ਹੀ ਜਿਹੀ ਜ਼ਿਆਦਾ ਪ੍ਰਕਾਰ ਜਿਹੜੀ ਖੋਲ ਕੇ ਦੋਨੋਂ ਪਾਸੇ ਕੱਟ ਲਗਾਵਾਂਗੇ। ਇਸੇ ਢੰਗ ਦੇ ਨਾਲ A ਨੂੰ ਕੇਂਦਰ ਮੰਨ ਕੇ ਇਹ ਦੋਨੋਂ ਕਾਟ ਬਿੰਦੂਆਂ ਨੂੰ ਜੁਆਇਨ ਕਰਨ 'ਤੇ ਸਾਡੇ ਕੋਲ AX ਦਾ ਲੰਬ ਸਮਦੁਭਾਜਕ ਪ੍ਰਾਪਤ ਹੋ ਜਾਏਗਾ। ਮੰਨ ਲਓ ਇਹ ਲੰਬ ਸਮਦੁਭਾਜਕ ਜਿਹੜਾ ਹੈ ਉਹ XY ਨੂੰ ਬਿੰਦੂ B ਤੇ ਕੱਟ ਕਰਦਾ ਹੈ। ਠੀਕ ਹੈ, ਤਾਂ ਇਹ B ਤੇ ਸੀ ਸਾਡੇ ਕੋਲ ਤ੍ਰਿਭੁਜ ਦੇ ਲੋੜੀਂਦੀ ਤ੍ਰਿਭੁਜ ਦੇ ਦੂਜੇ ਦੋਨੋਂ ਸਿਖਰ ਜਿਹੜੇ ਬਣ ਜਾਣਗੇ। ਹੁਣ ਅਸੀਂ A ਨੂੰ B ਨਾਲ ਅਤੇ A ਨੂੰ C ਦੇ ਨਾਲ ਮਿਲਾ ਦਿਆਂਗੇ। ठीक है, तो विद्यार्थियों ये त्रिभुज ABC ये साडे कोल लोड़ींदी त्रिभुज है जिसका कि परिमाप जो भी सानू दिता गया सी XY दे समान होएगा। ठीक है, तो ये कोण B ते C उही कोण होणगे जिहड़े सानू कोण बनाउण वास्ते क्या होएगा। ठीक है, आधार दे दोनों कोण ते त्रिभुज का परिमाप दिता होए तो इस ढंग दे नाल असीं त्रिभुज की रचना कर सकते हैं। इस तो बाद असीं एक एक करके सारे रचना के पग लिखांगे। सो विद्यार्थियों मैनूं पूरी उम्मीद है कि रचना नूं तुसीं बहुत ध्यान दे नाल देखिया होएगा। हुण असीं रचना दे पग जिहड़े ने वो लिखांगे। सब तो पहला साडे कोल है कि BC जमा CA जमा AB ये जिन्नी भी सानू लंबाई दी है इस दे समान असी एक रेखाखंड XY खिंचना है। BC जमा CA जमा AB दे बराबर एक रेखाखंड XY खिंचो इस तो बाद दूसरा साडे कोल पॉइंट होएगा कि LXY ते MYX असी दो कोण बनाने ने। पहला कोण जिहड़ा असी कोण B दे बराबर बनावांगे ते दूसरा कोण असी इसदा माप जिहड़ा कोण C दे बराबर रखांगे। कोण LXY कोण B दे बराबर अते कोण MYX कोण C दे बराबर बनाओ। ठीक है, इस तो बाद तीसरा पॉइंट साडे कोल की होएगा कि कोण LXY अते MYX दे समदुपादक खिंचो जो कि आपस दे विच बिंदु A उत्ते कटदे होण। कोण
LXY ਅਤੇ ਕੋਣ MYX ਦੇ ਸਮਦੁਭਾਜਕ ਖਿੱਚੋ ਜੋ ਕਿ आपस ਵਿੱਚ ਬਿੰਦੂ A ਉੱਤੇ ਕੱਟਦੇ ਹੋਣ। ਠੀਕ ਹੈ ਵਿਦਿਆਰਥੀਓ, ਹੁਣ ਅਸੀਂ XA ਅਤੇ YA, AX ਅਤੇ AY ਦੇ ਲੰਬ ਸਮਦੁਭਾਜਕ ਖਿੱਚਾਂਗੇ। ਠੀਕ ਹੈ, XA ਦਾ ਜਿਹੜਾ ਲੰਬ ਸਮਦੁਭਾਜਕ ਜਿਸ ਬਿੰਦੂ ਤੇ XY ਨੂੰ ਕੱਟ ਕਰੇਗਾ ਉਹਦਾ ਨਾਮ ਅਸੀਂ ਉਸ ਬਿੰਦੂ ਦਾ B ਰੱਖਾਂਗੇ ਤੇ AY ਦਾ ਲੰਬ ਸਮਦੁਭਾਜਕ XY ਰੇਖਾਖੰਡ ਨੂੰ ਜਿਸ ਬਿੰਦੂ ਤੇ ਕੱਟੇਗਾ ਉਸ ਦਾ ਨਾਮ ਅਸੀਂ C ਰੱਖਾਂਗੇ। ਠੀਕ ਹੈ, ਤਾਂ ਚੌਥਾ ਪੁਆਇੰਟ ਆਪਣੇ ਕੋਲ ਹੋਏਗਾ AX ਦਾ ਲੰਬ ਸਮਦੁਭਾਜਕ ਖਿੱਚੋ ਜੋ XY ਨੂੰ ਬਿੰਦੂ B ਉੱਤੇ ਕੱਟੇ। ਬਿੰਦੂ B ਤੇ ਕੱਟੇ। ਇਸ ਤੋਂ ਬਾਅਦ ਅਗਲਾ ਪੁਆਇੰਟ AY ਦਾ ਲੰਬ ਸਮਦੁਭਾਜਕ ਖਿੱਚੋ। AY ਦਾ ਲੰਬ ਸਮਦੁਭਾਜਕ ਖਿੱਚੋ ਜੋ XY ਨੂੰ ਬਿੰਦੂ C ਉੱਤੇ ਕੱਟੇ। ਇਸ ਤੋਂ ਬਾਅਦ ਅਗਲਾ ਸਟੈਪ AB ਅਤੇ AC ਨੂੰ ਮਿਲਾਓ। AB ਅਤੇ AC ਨੂੰ ਮਿਲਾਓ। तो विद्यार्थियों ये त्रिभुज ABC ही साडे कोल लोड़ींदी त्रिभुज होएगी। त्रिभुज ABC ही लोड़ींदी त्रिभुज है। ठीक है विद्यार्थियों, तो आधार ਦੇ ਦੋਨੋਂ ਕੋਣ ਅਤੇ ਤ੍ਰਿਭੁਜ ਦਾ ਪਰਿਮਾਪ ਜਦੋਂ ਦਿੱਤਾ ਹੋਏ ਤੇ ਤ੍ਰਿਭੁਜ ਦੀ ਰਚਨਾ ਅਸੀਂ ਕਿਵੇਂ ਕਰਨੀ ਹੈ ਉਹ ਅਸੀਂ ਰਚਨਾ ਤੇ ਰਚਨਾ ਦੇ ਭਾਗ ਜਿਹੜੇ ਇਹਦੇ ਵਿੱਚ ਦੇਖੇ ਨੇ। तो आओ ਹੁਣ ਅਸੀਂ ਇਸੇ ਹੀ ਰਚਨਾ ਦੇ ਉੱਤੇ ਆਧਾਰਿਤ ਇਸੇ ਹੀ ਰਚਨਾ ਤੇ ਬੇਸਡ ਇੱਕ ਕੁਐਸਚਨ ਵੀ ਕਰਾਂਗੇ, ਇੱਕ ਸਵਾਲ ਵੀ ਕਰਾਂਗੇ। ਸਵਾਲ ਸਾਡੇ ਕੋਲ ਹੈ ਇੱਕ ਤ੍ਰਿਭੁਜ ABC ਦੀ ਰਚਨਾ ਕਰੋ ਜਿਸ ਵਿੱਚ ਕੋਣ B ਬਰਾਬਰ 60 ਡਿਗਰੀ ਅਤੇ ਕੋਣ C ਬਰਾਬਰ 45 ਡਿਗਰੀ ਹੈ ਅਤੇ AB ਜਮਾ BC ਜਮਾ CA ਬਰਾਬਰ 11 ਸਮ। ਭਾਵ ਕਿ ਆਧਾਰ ਦੇ ਜਿਹੜੇ ਦੋਨੋਂ ਕੋਣ ਨੇ ਉਹ ਸਾਡੇ ਕੋਲ 60 ਡਿਗਰੀ ਤੇ 45 ਡਿਗਰੀ ਮਾਪਦੇ ਨੇ ਤੇ ਤ੍ਰਿਭੁਜ ਦਾ ਪਰਿਮਾਪ ਸਾਡੇ ਕੋਲ 11 ਸੈਂਟੀਮੀਟਰ ਦੇ ਬਰਾਬਰ ਹੈ। ਠੀਕ ਹੈ, ਤਾਂ ਆਓ ਸਭ ਤੋਂ ਪਹਿਲਾਂ ਅਸੀਂ ਕਿਵੇਂ ਇਸ ਤ੍ਰਿਭੁਜ ਦੀ ਰਚਨਾ ਕਰਨੀ ਹੈ ਦਿੱਤੀ ਹੋਈ ਜਾਣਕਾਰੀ ਦੀ ਮਦਦ ਦੇ ਨਾਲ ਉਹ ਦੇਖਦੇ ਹਾਂ। ਉਸ ਤੋਂ ਬਾਅਦ ਫਿਰ ਇੱਕ ਇੱਕ ਕਰਕੇ ਰਚਨਾ ਦੇ ਪਗ ਲਿਖਾਂਗੇ। ਸੋ ਵਿਦਿਆਰਥੀਓ ਤ੍ਰਿਭੁਜ ਦੀ ਅਸੀਂ ਰਚਨਾ ਕਰਨੀ ਹੈ ਜਿਹਦੇ ਵਿੱਚ ਜਿਹੜੇ ਆਧਾਰ ਦੇ ਦੋਨੋਂ ਕੋਣ ਨੇ ਉਹ ਇੱਕ 60 ਡਿਗਰੀ ਤੇ ਦੂਜਾ 45 ਡਿਗਰੀ ਹੈ ਤੇ ਤ੍ਰਿਭੁਜ ਦੇ ਤਿੰਨੋਂ ਭੁਜਾਵਾਂ ਦਾ ਜੋੜ ਹੈ ਜੋ ਉਹ ਸਾਨੂੰ 11 ਸੈਂਟੀਮੀਟਰ ਦਿੱਤਾ ਗਿਆ ਹੈ। ਠੀਕ ਹੈ, तो AB प्लस BC प्लस CA ਸਾਡੇ ਕੋਲ 11 ਸੈਂਟੀਮੀਟਰ ਹੈ। ਸੋ ਸਭ ਤੋਂ ਪਹਿਲਾਂ ਅਸੀਂ 11 ਸੈਂਟੀਮੀਟਰ ਲੰਬਾ ਇੱਕ ਰੇਖਾਖੰਡ XY ਖਿੱਚਾਂਗੇ। ठीक है, XY जिहदी कि लंबाई साडे कोल 11 सेंटीमीटर होएगी।
ठीक है। इस तो बाद बिंदु x ਦੇ ਉੱਤੇ ਅਸੀਂ ਕੋਣ 60 ਡਿਗਰੀ ਦਾ ਬਣਾਵਾਂਗੇ ਤੇ y ਦੇ ਉੱਤੇ 45 ਡਿਗਰੀ ਦਾ ਕੋਣ ਬਣਾਵਾਂਗੇ। y ਦੇ ਉੱਤੇ 45 ਡਿਗਰੀ ਦਾ ਕੋਣ ਬਣਾਉਣ ਦੇ ਲਈ ਪਹਿਲਾਂ ਸਾਨੂੰ 90 ਡਿਗਰੀ ਦੇ ਕੋਣ ਦੀ ਰਚਨਾ ਜਿਹੜੀ ਉਹ ਕਰਨੀ ਪਏਗੀ। ਇਸ ਤਰ੍ਹਾਂ ਬਿੰਦੂ x ਦੇ ਉੱਤੇ 60 ਡਿਗਰੀ ਦਾ ਕੋਣ ਬਣਾਉਂਦੀ ਹੋਈ ਕਿਰਨ XL ਅਸੀਂ ਖਿੱਚ ਦਿਆਂਗੇ। ਠੀਕ ਹੈ। ਤੇ ਬਿੰਦੂ y ਤੇ ਬਿੰਦੂ y ਤੇ 45 ਡਿਗਰੀ ਦਾ ਕੋਣ ਬਣਾਉਂਦੀ ਕਿਰਨ YM खिंच देंगे। ठीक है। ये साढ़े कोल कोण जड़ा 60 डिग्री का है और ये कोण साढ़े कोल 45 डिग्री का है। ठीक है। हुण असी दोनों कोणों के समदुभाजक खिंचांगे। 45 डिग्री का अद्ध करांगे तो इधर 60 डिग्री के कोण का अद्ध करांगे। ਮੈਨੂੰ ਉਮੀਦ ਹੈ ਕਿ ਕੋਣਾਂ ਦਾ ਅੱਧ ਅਸੀਂ ਕਿਵੇਂ ਕਰਦੇ ਹਾਂ ਇਹ ਤੁਸੀਂ ਪਿਛਲੇ ਲੈਸਨ ਦੇ ਵਿੱਚ ਬਹੁਤ ਚੰਗੇ ਢੰਗ ਦੇ ਨਾਲ ਸਮਝ ਲਿਆ ਹੋਵੇਗਾ। ਇਸ ਕਾਟ ਬਿੰਦੂ ਨੂੰ ਜਦੋਂ ਅਸੀਂ x ਦੇ ਨਾਲ ਮਿਲਾਵਾਂਗੇ ਤਾਂ ਇਹ ਸਾਡੇ ਕੋਲ LXY ਕੋਣ ਦਾ ਸਮਦੁਭਾਜਕ ਬਣ ਜਾਵੇਗਾ। ਇਸੇ ਢੰਗ ਦੇ ਨਾਲ y ਤੋਂ ਅਸੀਂ ਚਾਪਾਂ ਦੇ ਕਾਟ ਬਿੰਦੂ ਨੂੰ ਜਦੋਂ ਮਿਲਾਉਂਦੀ ਹੋਈ ਕਿਰਨ ਖਿੱਚਾਂਗੇ ਤਾਂ ਇਹ ਸਾਡੇ ਕੋਲ ਕੋਣ 45 ਡਿਗਰੀ ਦਾ ਸਮਦੁਭਾਜਕ ਹੋ ਜਾਏਗਾ। ਠੀਕ ਹੈ। ਇਹ ਦੋਨੋਂ ਕੋਣ ਸਮਦੁਭਾਜਕ ਜਿਸ ਬਿੰਦੂ ਤੇ ਮਿਲਦੇ ਹਨ ਉਸ ਬਿੰਦੂ ਦਾ ਨਾਮ ਅਸੀਂ A ਰੱਖ ਦਿਆਂਗੇ। ਠੀਕ ਹੈ। ਇਹ ਸਾਡੇ ਕੋਲ A ਤ੍ਰਿਭੁਜ ਦਾ ਲੋੜੀਂਦੀ ਤ੍ਰਿਭੁਜ ਦਾ ਇੱਕ ਸਿਖਰ ਬਣ ਜਾਵੇਗਾ। ਠੀਕ ਹੈ। ਇਸ ਤੋਂ ਬਾਅਦ ਹੁਣ ਅਸੀਂ XA ਦਾ ਲੰਬ ਸਮਦੁਭਾਜਕ ਖਿੱਚਾਂਗੇ ਅਤੇ AY ਦਾ ਵੀ ਲੰਬ ਸਮਦੁਭਾਜਕ ਪਰਪੈਂਡੀਕੂਲਰ ਬਾਈਸੈਕਟਰ ਡਰਾ ਕਰਾਂਗੇ। ਠੀਕ ਹੈ। ਉਹਦੇ ਲਈ ਅਸੀਂ ਜਿਹੜੀ ਪ੍ਰਕਾਰ ਹੈ ਉਹ ਰੇਖਾਖੰਡ ਦੇ ਅੱਧ ਤੋਂ ਥੋੜ੍ਹੀ ਜ਼ਿਆਦਾ ਖੋਲ੍ਹ ਲਵਾਂਗੇ। ਤਾਂ ਇਸੇ ਢੰਗ ਦੇ ਨਾਲ ਦੋਨੋਂ ਪਾਸੇ ਚਾਪਾਂ ਲਗਾਵਾਂਗੇ ਅਸੀਂ ਬਿੰਦੂ A ਨੂੰ ਕੇਂਦਰ ਮੰਨ ਕੇ ਅਤੇ ਬਿੰਦੂ y ਨੂੰ ਕੇਂਦਰ ਮੰਨ ਕੇ ਦੋਨੋਂ ਆਪਸ ਵਿੱਚ ਜਿਸ ਥਾਂ ਕੱਟਦੀਆਂ ਨੇ ਉਹ ਦੋਨੋਂ ਕਾਟ ਬਿੰਦੂਆਂ ਨੂੰ ਜਦੋਂ ਅਸੀਂ ਜੁਆਇਨ ਕਰਾਂਗੇ ਤਾਂ ਸਾਡੇ ਕੋਲ AY ਦਾ ਲੰਬ ਸਮਦੁਭਾਜਕ ਖਿੱਚਿਆ ਜਾਏਗਾ। ठीक है। तो मान लो कि ये लंब समदुभाजक XY ਨੂੰ ਬਿੰਦੂ C ਤੇ ਕੱਟਦਾ ਹੈ। ਇਸੇ ਢੰਗ ਦੇ ਨਾਲ ਅਸੀਂ ਰੇਖਾਖੰਡ XA ਦਾ ਲੰਬ ਸਮਦੁਭਾਜਕ ਵੀ ਖਿੱਚਾਂਗੇ। ਪ੍ਰਕਾਰ ਨੂੰ ਅਸੀਂ XA ਦੇ ਅੱਧ ਤੋਂ ਥੋੜ੍ਹਾ ਜ਼ਿਆਦਾ ਖੋਲ੍ਹ ਲਵਾਂਗੇ। ਤਾਂ ਦੋਨੋਂ ਪਾਸੇ ਅਸੀਂ ਚਾਪਾਂ ਜਿਹੜੀਆਂ ਉਹ ਲਗਾਵਾਂਗੇ। ठीक है जी। तो ये लंब समदुभाजक XY ਨੂੰ जिस बिंदु ਤੇ ਮਿਲਦਾ ਹੈ ਉਸ ਬਿੰਦੂ ਦਾ ਨਾਮ ਅਸੀਂ B ਰੱਖ ਲੈਣੇ ਆ। तो A B ਤੇ C ਸਾਡੇ ਕੋਲ ਲੋੜੀਂਦੀ ਤ੍ਰਿਭੁਜ ਦੇ ਦੂਜੇ ਦੋਨੋਂ ਸਿਖਰ ਹੋਣਗੇ। ਹੁਣ ਅਸੀਂ A ਨੂੰ B ਦੇ ਨਾਲ ਮਿਲਾ ਦਿਆਂਗੇ ਤੇ A ਨੂੰ C ਨਾਲ ਵੀ ਮਿਲਾ ਦਿਆਂਗੇ।
ठीक है। तो ये ए बी सी ਸਾਡੇ ਕੋਲ ਲੋੜੀਂਦੀ ਤ੍ਰਿਭੁਜ ਹੈ ਜਿਸ ਦਾ ਕਿ ਪਰਿਮਾਪ ਅਤੇ ਆਧਾਰ ਦੇ ਦੋਨੋਂ ਕੋਣ ਸਾਨੂੰ ਦਿੱਤੇ ਗਏ ਸਨ। ਠੀਕ ਹੈ, तो ਅਸੀਂ ਡੀ ਦੀ ਮਦਦ ਦੇ ਨਾਲ ਦੇਖ ਵੀ ਲੈਨੇ ਆ ਕਿ ਕੋਣ ਬੀ ਹੈ ਜਿਹੜਾ ਉਹ ਸਾਡੇ ਕੋਲ 60 ਡਿਗਰੀ ਦਾ ਬਣ ਰਿਹਾ ਹੈ। ਇਸੇ ਢੰਗ ਦੇ ਨਾਲ ਕੋਣ ਸੀ ਸਾਡੇ ਕੋਲ 45 ਡਿਗਰੀ ਦਾ ਬਣ ਰਿਹਾ ਹੈ। ਠੀਕ ਹੈ, 45 ਡਿਗਰੀ। ठीक है बच्चों, हुण असीं एक एक करके इस रचना के जिहड़े पग ने सारे स्टैप्स ऑफ कंस्ट्रक्शन वो लिखांगे। रचना दे पग। सब तो पहला ए बी जमा बी सी जमा सी ए दे समान भाव के 11 सेंटीमीटर लंबा एक रेखाखंड एक्स वाई खिंचो। ए बी जमा बी सी जमा सी ए दे बराबर भाव के 11 सम लंबा एक रेखाखंड एक्स वाई खिंचो। इस तो बाद कोण एल एक्स वाई कोण बी दे समान भाव के 60 डिग्री मापदा, कोण एम वाई एक्स कोण सी दे समान भाव के 45 डिग्री मापदा खिंचो। ਜਾਂ ਅਸੀਂ ਇਵੇਂ ਲਿਖ ਸਕਦੇ ਹਾਂ ਕਿ ਬਿੰਦੂ x ਉੱਤੇ एक्स वाई ਦੇ ਨਾਲ 60 ਡਿਗਰੀ ਦਾ ਕੋਣ ਬਣਾਉਂਦੀ ਇੱਕ ਕਿਰਨ XL ਖਿੱਚੋ। ਬਿੰਦੂ x ਉੱਤੇ XY ਨਾਲ 60 ਡਿਗਰੀ ਦਾ ਕੋਣ ਬਣਾਉਂਦੀ ਇੱਕ ਕਿਰਨ XL ਖਿੱਚੋ। ਇਸੇ ਢੰਗ ਦੇ ਨਾਲ ਬਿੰਦੂ Y ਉੱਤੇ YX ਨਾਲ 45 ਡਿਗਰੀ ਦਾ ਕੋਣ ਬਣਾਉਂਦੀ ਇੱਕ ਕਿਰਨ YM खिंचो। ठीक है, इस तो बाद असी कोण LX Y ਦਾ ਜਿਹੜਾ ਸਮਦੁਭਾਜਕ ਖਿੱਚਣਾ ਹੈ ਤੇ ਦੂਜੇ ਪਾਸੇ ਅਸੀਂ ਕੋਣ MY X ਦਾ ਸਮਦੁਭਾਜਕ ਖਿੱਚਣਾ ਹੈ ਔਰ ਇਹ ਦੋਨੋਂ ਸਮਦੁਭਾਜਕ ਜਿਸ ਬਿੰਦੂ ਤੇ ਕੱਟਣਗੇ ਉਸ ਬਿੰਦੂ ਦਾ ਨਾਮ ਅਸੀਂ ਬਿੰਦੂ A ਰੱਖਾਂਗੇ। ठीक है, कोण ये ਸਾਡੇ ਕੋਲ ਤੀਸਰਾ ਪਦ ਹੈ ਕੋਣ LXY ਅਤੇ ਕੋਣ MYX ਦੇ ਸਮਦੁਭਾਜਕ ਖਿੱਚੋ। खिंचो जो कि आपस विच बिंदु A उत्ते कट्टण। इस तो बाद AX दा
ਇਸ ਤੋਂ ਬਾਅਦ AX, ਇਸ ਤੋਂ ਬਾਅਦ AX ਦਾ ਲੰਬ ਸਮਦੁਭਾਜਕ ਅਸੀਂ ਖਿੱਚਾਂਗੇ ਜੋ ਕਿ XY ਨੂੰ ਬਿੰਦੂ B ਉੱਤੇ ਕੱਟੇਗਾ। AX ਦਾ ਲੰਬ ਸਮਦੁਭਾਜਕ ਖਿੱਚੋ ਜੋ ਕਿ XY ਨੂੰ ਬਿੰਦੂ B ਉੱਤੇ ਕੱਟੇ। ਇਸੇ ਢੰਗ ਦੇ ਨਾਲ AY ਦਾ ਲੰਬ ਸਮਦੁਭਾਜਕ ਖਿੱਚੋ। AY ਦਾ ਲੰਬ ਸਮਦੁਭਾਜਕ ਖਿੱਚੋ ਜੋ ਕਿ XY ਨੂੰ ਬਿੰਦੂ C ਉੱਤੇ ਕੱਟੇ। ਬਿੰਦੂ C ਉੱਤੇ ਕੱਟੇ। ਠੀਕ ਹੈ, ਤਾਂ ਇਹਦੇ ਨਾਲ ਸਾਡੇ ਕੋਲ ਬਿੰਦੂ B ਅਤੇ C ਇਹ ਦੋਨੋਂ ਪ੍ਰਾਪਤ ਹੋ ਜਾਣਗੇ। ਹੁਣ ਅਸੀਂ A ਨੂੰ B ਨਾਲ ਅਤੇ A ਨੂੰ C ਦੇ ਨਾਲ ਮਿਲਾ ਦਿਆਂਗੇ ਤੇ ਤ੍ਰਿਭੁਜ ABC ਜੋ ਕਿ ਲੋੜੀਂਦੀ ਤ੍ਰਿਭੁਜ ਹੈ ਉਸ ਦੀ ਰਚਨਾ ਜਿਹੜੀ ਹੈ ਉਹ ਸਾਡੇ ਕੋਲ ਮੁਕੰਮਲ ਹੋ ਜਾਵੇਗੀ। AB ਅਤੇ AC ਨੂੰ ਮਿਲਾਓ। AB ਅਤੇ AC ਨੂੰ ਮਿਲਾਓ। ਤ੍ਰਿਭੁਜ ABC ਹੀ ਲੋੜੀਂਦੀ ਤ੍ਰਿਭੁਜ ਹੈ। ਠੀਕ ਹੈ ਪਿਆਰੇ ਵਿਦਿਆਰਥੀਓ, ਤਾਂ ਅੱਜ ਅਸੀਂ ਇਸ ਲੈਸਨ ਦੇ ਵਿੱਚ ਉਹਨਾਂ ਤ੍ਰਿਭੁਜਾਂ ਦੀ ਰਚਨਾ ਸਿੱਖੀ ਹੈ ਜਿਨ੍ਹਾਂ ਦੇ ਵਿੱਚ ਦੋਨੋਂ ਆਧਾਰ ਦੇ ਕੋਣ ਅਤੇ ਤ੍ਰਿਭੁਜ ਦਾ ਪਰਿਮਾਪ ਦਿੱਤਾ ਗਿਆ ਹੋਵੇ। ਸੋ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਦੋਨੋਂ ਹੀ ਰਚਨਾਵਾਂ ਨੂੰ ਅਤੇ ਰਚਨਾਵਾਂ ਦੇ ਜੋ ਪਗ ਅਸੀਂ ਲਿਖੇ ਨੇ ਉਹਨਾਂ ਨੂੰ ਬੜੇ ਧਿਆਨ ਦੇ ਨਾਲ ਸਮਝਿਆ ਵੀ ਹੋਏਗਾ, ਨੋਟ ਵੀ ਕੀਤਾ ਹੋਏਗਾ। ਸੋ ਵਿਦਿਆਰਥੀਓ ਅੱਜ ਦੇ ਲਈ ਇੰਨਾ ਹੀ। ਇਸ ਤੋਂ ਬਾਅਦ ਫਿਰ ਅਗਲੇ ਲੈਸਨ ਦੇ ਵਿੱਚ ਹੋਰ ਰਚਨਾਵਾਂ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਉਦੋਂ ਤੱਕ ਸਤਿ ਸ਼੍ਰੀ ਅਕਾਲ।